जनता हुण जवाब मांगती पई है। 5 साल बीत चुके ने। मैंने फैसला सुना दिया गया है। ये 3 कानून किसानों के पक्ष में। 700 लोग मर गया, 2 साल के 1.5 साल के उत्थे बैठे हैं। हुण कहना कानून गुरु नानक जी के गुरपुरब पे हमने वापस ले लिया। कि कैप्टन अमरिंदर सिंह या भाजपा पंजाब दे विच कोई मैजिक कर पाएंगे? तो 2 बाबे रल जाएंगे तो कुछ नहीं होना। एक बड़ा बाबा, एक छोटा बाबा, दोनों ने अपने वादा खिलाफी लोगों के साथ किए। दोनों ने झूठ मारे, रब के उन्हें दिल्ली च मारे, इन्हें इत्थे मारे। शुक्र है सच्चे पातशाह दा कि बाबा जी नूं कह दिता गया कि तुसीं हुण किनारा वरतो, नहीं तो साडे सारी कांग्रेस पार्टी ते खुंडा फेर देना सी, खत्म हो जाना सी, लब्भे नहीं चाहने सी। अकाली दल दा प्रधान है, केंद्र दा वजीर है, MP है, ते कहूगा लाल डायरी कित्थे है, कढ लो कित्थे है, ठोक दो कित्थे है, धर दो कित्थे है, लिख ला इहदा ना, आ जांदे साडी सरकार, मैं तुन दूं, मैं तक दूं। व्हाट इज दिस? दिस इज ऑल नॉनसेंस। NRI ਨੂੰ ਲੁੱਟ ਰਹੀ ਹੈ ਬਾਦਲ ਦੀ ਬੱਸ, ਇੰਡੋ ਕੈਨੇਡੀਅਨ। 에어ਪੋਰਟ ਤੇ ਇੱਕ ਹੀ ਬੱਸ ਜਾਂਦੀ ਹੈ, that is all ਇੰਡੋ ਕੈਨੇਡੀਅਨ, owned by ਬਾਦਲ। 14 ਕਰੋੜ ਰੁਪਇਆ ਮੈਂ ਸੁਖਬੀਰ ਸਿੰਘ ਬਾਦਲ ਤੋਂ ਭਰਾਇਆ ਡਿਫਰੈਂਟ ਕੰਪਨੀਆਂ ਦਾ, ਜਿਹੜਾ ਇਸ ਕਰਕੇ ਮੈਨੂੰ ਕਹਿੰਦਾ ਕਿ ਮੈਂ ਇਹਨੂੰ ਮੰਤਰੀ ਤੋਂ ਸੰਤਰੀ ਬਣਾਉਣਾ ਹੈ। ਕੋਈ ਬੰਦਾ ਆਪਦੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਅਕਾਲੀ ਦਲ ਵਿੱਚ। ਅਗਰ ਕਰੇਗਾ ਖੋਤਾ ਬਣ ਕੇ ਰਹਿਣਾ ਪਏਗਾ। केजरीवाल साहब इत्थे आए, पंजाब आए, कहने लगे मजीठिया से बहुत टिप्पणियां कीतियां, इसको मैं अंदर डाल दूंगा। सरकार आने पर सब तो पहला माफी मांग ली, सब तो पहला। द समर न्यूज़ ते जनता मंगदी जवाब प्रोग्राम तुहाडा बहुत-बहुत स्वागत है। 2022 ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤੇ ਸਾਰੇ ਹੀ ਸਿਆਸਤਦਾਨ ਜਿਹੜੇ ਨੇ ਲੋਕਾਂ ਦੀ ਦਰਾਂ ਤੇ ਪਹੁੰਚਦੇ ਪਏ ਤੇ ਉਹੀ ਜੋ ਚੋਣਾਂ ਵੇਲੇ ਗੱਲਾਂ ਕਹੀ ਜਾਂਦੀਆਂ ਨੇ, ਵੱਡੇ ਵਾਅਦੇ, ਵੱਡੇ ਦਾਅਵੇ, ਯੂਨੀਵਰਸਿਟੀ, ਸਕੂਲ, ਕਾਲਜ, ਗਲੀਆਂ, ਨਾਲੀਆਂ, ਸਭ ਸੀਵਰੇਜ ਸਿਸਟਮ ਬਣਾਏ ਜਾਣਗੇ। ਲੇਕਿਨ 5 ਸਾਲ ਬੀਤ ਜਾਂਦੇ ਨੇ, ਲੋਕ ਰੋਂਦੇ ਕਰਲਾਉਂਦੇ ਰਹਿ ਜਾਂਦੇ ਨੇ। ਤੇ ਇਸ ਵਕਤ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਰਾਜਾ ਵੜਿੰਗ ਨੇ, ਟਰਾਂਸਪੋਰਟ ਮੰਤਰੀ ਨੇ। ਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਜਦੋਂ ਦਾ ਮੰਤਰੀ ਪਦ ਸੰਭਿਆ ਤੇ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਮੁਨਾਫੇ ਦੇ ਵਿੱਚ ਵੀ ਲੈ ਕੇ ਗਏ ਨੇ। ਲੇਕਿਨ ਜਿਹੜਾ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ 4.5 ਸਾਲ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਉਹਦੇ ਉੱਪਰ ਕਿੰਨਾ ਖਰੇ ਉਤਰੇ। ਵੜਿੰਗ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਨਤਾ ਹੁਣ ਜਵਾਬ ਮੰਗਦੀ ਪਈ ਹੈ। 5 ਸਾਲ ਬੀਤ ਚੁੱਕੇ ਨੇ, ਤੁਸੀਂ ਵੀ ਆਪਣੇ ਹਲਕੇ ਦੇ ਵਿੱਚ ਬਹੁਤ ਵਾਅਦੇ ਕੀਤੇ ਹੋਣੇ, ਦਾਅਵੇ ਕੀਤੇ ਹੋਣੇ ਨੇ। ਤੁਹਾਨੂੰ ਅੱਜ ਕੀ ਲੱਗਦਾ ਹੈ ਕਿ ਤੁਸੀਂ ਕਿੰਨੇ ਖਰੇ ਉਤਰੇ ਹੋ? ਜੇ ਨੰਬਰਿੰਗ ਦੀ ਗੱਲ ਵੇਖੋ ਤਾਂ 100 ਆਊਟ ਆਫ 100 ਜੋ ਵਾਅਦੇ ਕੀਤੇ ਵੀ ਨਹੀਂ ਸਨ ਉਹ ਵੀ ਪੂਰੇ ਕਰ ਦਿੱਤੇ। ਉਹ ਵਾਅਦਿਆਂ ਵਿੱਚ ਕੀ ਸੀ? 5 ਵਾਅਦੇ ਦੱਸ ਦਿਓ ਜਿਹੜੇ ਤੁਸੀਂ ਕੀਤੇ ਹੋਣੇ ਆਪਣੀ ਜਨਤਾ ਨੂੰ। ਇੱਕ ਤਾਂ ਬਹੁਤ ਵੱਡਾ ਸੀ ਹਸਪੀਟਲ ਸੀਗਾ, ਜਿਹੜਾ ਕੋਈ ਵਾਅਦਾ ਨਹੀਂ ਮੈਂ ਕੀਤਾ ਸੀਗਾ। ਮੈਂ ਉੱਥੇ ਜੱਚਾ ਬੱਚਾ ਹਸਪੀਟਲ ਯਾਨੀ ਕਿ ਮਦਰ ਐਂਡ ਚਾਈਲਡ ਕੇਅਰ ਸੈਂਟਰ ਬਣਾ ਦਿੱਤਾ ਗਿਆ। ਉਹਦਾ ਇਕੱਲਾ ਹੁਣ ਇਨੋਗ੍ਰੇਸ਼ਨ ਬਾਕੀ ਹੈ, ਤਿਆਰ ਹੋ ਗਿਆ ਗਿੱਦੜਬਾਹ ਦੇ ਅੰਦਰ। ਅਨਦਰ ਥਿੰਗ, ਇੱਕ ਕਾਲਜ ਬਣਾਇਆ ਜਿੱਥੇ ਕਲਾਸਿਸ ਲੱਗਣ ਲੱਗ ਪਈਆਂ ਇਸ ਸਾਲ। ਉਹਦੀ ਕਾਸਟ 18 ਕਰੋੜ ਰੁਪਇਆ ਹੋਈ, ਲੇਕਿਨ ਉਹ ਤਿਆਰ ਕਰ ਦਿੱਤਾ ਗਿਆ, ਸਰਕਾਰੀ ਗਵਰਨਮੈਂਟ ਕਾਲਜ। ਇੱਕ ਕੋਰਟਸ ਦਾ ਜਿਹੜਾ ਵਾਅਦਾ ਕਿਸੇ ਨਾਲ ਨਹੀਂ ਕੀਤਾ ਸੀਗਾ। 18 ਕਰੋੜ ਦੀ ਲਾਗਤ ਨਾਲ ਗਿੱਦੜਬਾਹ ਦੇ ਅੰਦਰ ਕਚਹਿਰੀਆਂ ਦਾ ਨਿਰਮਾਣ ਹੋ ਚੁੱਕਿਆ ਹੈ। ਵਾਅਦਾ ਕਿਸੇ ਨਾਲ ਨਹੀਂ ਸੀਗਾ। 2-3 ਵੱਡੇ ਪਾਰਕਸ ਗਿੱਦੜਬਾਹ 3-3 ਏਕੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਗ ਦੇ ਨਾਮ ਤੋਂ, ਜਿਹੜਾ ਕਿ ਬਹੁਤ ਵੱਡਾ ਕੂੜੇ ਦਾ ਘਰ ਸੀਗਾ ਗਿੱਦੜਬਾਹ ਦੇ ਅੰਦਰ, ਉਹ ਬਣ ਕੇ ਤਿਆਰ ਹੋ ਗਿਆ, ਇਨੋਗ੍ਰੇਸ਼ਨ ਹੋ ਗਈ। ਇੱਕ ਹੋਰ ਪਿਓਰੀ ਫਾਟਕ ਤੇ ਹੀ ਬਹੁਤ ਵੱਡਾ ਅਸੀਂ ਇੱਕ ਪੌਂਡ ਯਾਨੀ ਕਿ ਮਿੰਨੀ ਝੀਲ ਟਾਈਪ ਅਸੀਂ ਬਣਾਇਆ। ਉਹਦਾ ਵੀ ਸੁਖਜਿੰਦਰ ਰੰਧਾਵਾ ਜੀ ਪਰਸੋਂ ਹੀ ਉਹਦਾ ਉਦਘਾਟਨ ਕਰਕੇ ਆਏ ਨੇ। ਇਸ ਤਰ੍ਹਾਂ ਹੀ ਕੋਟਭਾਈ ਸਟੇਡੀਅਮਸ ਬਣਾਏ ਨੇ। ਤੇ ਮੇਰਾ ਖਿਆਲ ਗਿੱਦੜਬਾਹ ਦੀ ਕੋਈ ਗਲੀ ਤਕਰੀਬਨ 99.9% ਅਸੀਂ तमाम ਗਲੀਆਂ ਸਮਾਪਤ ਕਰ ਚੁੱਕੇ। ਇਹ ਨਹੀਂ ਕਿ ਬਣਾਉਣੀਆਂ, ਬਣ ਜਾਣੀਆਂ, ਰਹਿ ਗਈਆਂ। ਸੋ ਯੂ ਕੈਨ ਆਸਕ ਐਨੀਬਡੀ ਇਨ ਗਿੱਦੜਬਾਹ। ਪਿੰਡਾਂ ਦੇ ਵਿੱਚ ਵੀ ਇਵੇਂ ਪਾਰਕਸ ਦਾ ਨਿਰਮਾਣ ਹੋਇਆ, ਮੈਰਿਜ ਪੈਲੇਸਿਸ ਦਾ ਨਿਰਮਾਣ ਹੋਇਆ, ਗਲੀਆਂ ਬੇਅੰਤ ਬਣਾਈਆਂ। ਬੈਸਟ ਅਵਾਰਡ ਮਿਲਿਆ ਮੇਰੇ ਹਸਪੀਟਲ ਨੂੰ, ਉਹਨੂੰ ਕਹਿੰਦੇ ਆ ਕਾਇਆ ਕਲਪ। ਗਵਰਨਮੈਂਟ ਆਫ ਇੰਡੀਆ ਨੇ ਦਿੱਤਾ 15 ਲੱਖ ਰੁਪਏ ਦਾ ਨਾਮ, ਨਰਿੰਦਰ ਮੋਦੀ ਨੇ ਦਿੱਤਾ। ਐਂਡ ਬੈਸਟ ਜ਼ਿਲ੍ਹਾ ਪ੍ਰੀਸ਼ਦ ਅਵਾਰਡ ਵੀ ਦੀਨ ਦਿਆਲ ਉਪਾਧਿਆ ਅਵਾਰਡ, ਦੈਟ ਆਲਸੋ that is in Muxar। ਸੋ ਮੈਨੂੰ ਤਾਂ ਬੇਹੱਦ ਖੁਸ਼ੀ ਹੈ
ਕਿ ਅਸੀਂ ਜਿਹੜੇ ਵਾਅਦੇ ਨਹੀਂ ਕੀਤੇ ਸਨ ਅਸੀਂ ਉਹ तमाम ਵਾਅਦੇ ਪੂਰੇ ਕੀਤੇ, ਫਸਲਾਂ ਚੁਕਾਈਆਂ। ਔਰ ਮੇਰਾ ਖਿਆਲ ਲਗਭਗ ਤਕਰੀਬਨ ਆਲਮੋਸਟ ਅਸੀਂ तमाम ਜੋ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਕੀਤੇ ਹੀ ਕੀਤੇ, ਉਸ ਤੋਂ ਬਿਨਾਂ ਵੀ ਕਈ ਡਿਮਾਂਡਸ ਲੋਕਾਂ ਦੀਆਂ ਪੂਰੀਆਂ। ਵੜਿੰਗ ਸਾਹਿਬ, ਮੈਂ ਤੁਹਾਨੂੰ ਵਧਾਈ ਵੀ ਦਊਂਗਾ ਕਿ ਸੁਣ ਕੇ ਵੀ ਬੜੀ ਖੁਸ਼ੀ ਹੋਈ ਕਿਸੇ ਹਲਕੇ ਦੇ ਪੰਜਾਬ ਦੇ ਵਿੱਚ ਉਹਨੂੰ ਅਵਾਰਡ ਵੀ ਮਿਲੇ ਤੇ ਇੰਨਾ ਤੁਸੀਂ ਕੰਮ ਕੀਤਾ। ਲੇਕਿਨ ਇੱਕ ਗੱਲ ਹੋਰ ਹੈ, ਤੁਹਾਡੇ ਬਠਿੰਡੇ ਤੋਂ ਇੱਕ ਖਜ਼ਾਨਾ ਮੰਤਰੀ ਨੇ ਉਹ ਕਹਿੰਦੇ ਰਹੇ ਖਜ਼ਾਨਾ ਖਾਲੀ ਆ, ਫਿਰ ਵੀ ਤੁਸੀਂ ਕਿਸ ਤਰ੍ਹਾਂ ਇੰਨਾ ਵਿਕਾਸ ਕਿਵੇਂ ਕਰਤਾ ਫਿਰ? ਸੋ ਆਈ ਥਿੰਕ ਇਟਸ ਅ ਤੁਹਾਡਾ ਵਿਜ਼ਨ ਹੋਣਾ ਚਾਹੀਦਾ ਹੈ। ਨਥਿੰਗ ਇਜ਼ ਇੰਪੋਸੀਬਲ। ਅਸੀਂ ਮਨਰੇਗਾ ਦੇ ਤਹਿਤ ਬਹੁਤ ਕੰਮ ਕੀਤਾ, ਅਸੀਂ ਕਾਫੀ ਫਾਈਨਾਂਸ ਕਮਿਸ਼ਨ ਦਾ ਸਾਡੇ ਕੋਲ ਵੀ ਪੈਸਾ ਸੀਗਾ ਜਿਹੜਾ ਸਰਕਾਰ ਤੋਂ ਅਸੀਂ ਦਵਾਇਆ, ਫਿਰ RDF ਦੀ ਗ੍ਰਾਂਟਸ ਬਹੁਤ ਸੀਗੀਆਂ। ਤੁਸੀਂ ਮੰਨੋਗੇ ਨਹੀਂ 60 ਕਰੋੜ ਰੁਪਏ ਦੀਆਂ ਅਸੀਂ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੀਆਂ, ਮੈਂ ਕਹਿਣਾ ਭੁੱਲ ਗਿਆ, ਕੋਈ ਵਾਅਦਾ ਨਹੀਂ ਸੀਗਾ। ਪੰਜਾਬ ਇਜ਼ ਦ ਲੀਡਿੰਗ, ਪੰਜਾਬ ਵਿੱਚ ਲੀਡਿੰਗ ਗਿੱਦੜਬਾਹਾ ਹੈ ਨੰਬਰ 1 ਸੋਇਲ ਐਂਡ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਅੰਦਰ 60 ਕਰੋੜ ਦੇ ਲਗਭਗ ਅਸੀਂ ਲੋਕਾਂ ਦੀਆਂ ਪਾਈਪਲਾਈਨ ਖੇਤਾਂ ਨੂੰ ਜਾਣ ਵਾਲੀਆਂ ਪਵਾਈਆਂ। ਇਹ ਮੈਨੂੰ ਲੱਗਦਾ ਤੁਹਾਨੂੰ ਸਾਰਾ ਕੁਝ ਕ੍ਰੀਏਟ ਕਰਨਾ ਪੈਂਦਾ, ਤੁਹਾਨੂੰ ਚੌਕੀਦਾਰ ਬਣਨਾ ਪੈਂਦਾ, ਸਮਾਰਟ ਵਰਕ ਕੀਤਾ ਤੁਸੀਂ। ਤੁਹਾਨੂੰ ਆਫਿਸਿਸ ਜਾ ਕੇ ਕਿੱਥੇ ਕਿੱਥੇ ਪੈਸਾ ਪਿਆ ਉਹਨੂੰ ਅਵੇਲ ਕਰਨਾ ਪੈਂਦਾ। ਤੁਹਾਨੂੰ ਫਾਈਲ ਚੱਕ ਕੇ ਨਹੀਂ ਕਿ MLA ਬਣ ਗਏ ਤਾਂ ਫਿਰ ਕੱਲਾ ਮਾਈਕ ਤੇ ਸਪੀਚ ਬੋਲਤੀ, ਇਹ ਤੁਸੀਂ ਫਾਈਲ ਲੈ ਕੇ ਉਹਨੂੰ ਤੁਰੰਤ ਵੱਖ-ਵੱਖ, ਮੈਨੂੰ ਕੋਈ ਵੀ ਆਫਿਸ ਨਹੀਂ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਜਿੱਥੇ ਮੈਂ ਪਹੁੰਚਿਆ ਨਹੀਂਗਾ। ਜੇ ਕਿਤੇ 50,000 ਵੀ ਪਿਆ ਸੀਗਾ ਤਾਂ ਆਈ ਅਵੇਲ 50,000, ਨਾਟ ਇਵਨ ਦੈਟ। ਕੈਨ ਯੂ ਬਲੀਵ ਕਿ ਰਾਜ ਸਭਾ ਦੇ ਮੈਂਬਰਾਂ ਨੇ, ਹੈਦਰਾਬਾਦ ਦਾ ਰਾਜ ਸਭਾ ਦੇ ਮੈਂਬਰ ਤੇ ਗ੍ਰਾਂਟ ਗਿੱਦੜਬਾਹਾ 'ਚ ਕੁਮਾਰੀ ਸ਼ੈਲਜਾ 25 ਲੱਖ ਰੁਪਏ ਦਾ ਗ੍ਰਾਂਟ ਗਿੱਦੜਬਾਹਾ ਫॉर ਐਂਬੂਲੈਂਸ। ਆਈ ਓਨਲੀ ਹੈਵ ਦਾ, ਮੇਰੇ ਕੋਲੇ ਐਂਬੂਲੈਂਸ ਹੈ ਜਿਹਦੇ 'ਚ ਵੈਂਟੀਲੇਟਰ ਵੀ ਲੱਗਿਆ ਪੰਜਾਬ। ਸੋ ਪੰਜਾਬ 'ਚ ਅਗਰ ਕੋਈ ਰਾਜੀਵ ਸਾਤਵ ਸੀ ਜਿਹੜੇ ਚਲੇ ਗਏ, ਉਹਨਾਂ ਤੋਂ ਗ੍ਰਾਂਟ ਲੈ ਕੇ ਇੱਥੇ ਅੰਬਿਕਾ ਸੋਨੀ ਜੀ ਦੀ ਗ੍ਰਾਂਟ, ਸ਼ਮਸ਼ੇਰ ਸਿੰਘ ਦੁੱਲੋ ਸਾਹਿਬ ਦੀ ਗ੍ਰਾਂਟ। ਸੋ ਇਹ ਇੱਦਾਂ ਇੱਕ ਸਿਸਟਮ ਬਣਾਇਆ। ਤੁਹਾਨੂੰ ਕਿਹਾ ਕਿ ਹੈਦਰਾਬਾਦ ਤੋਂ ਪੈਸੇ ਆਏ, ਚੇਨਈ ਤੋਂ ਪੈਸੇ ਲੈ ਕੇ ਆਇਆ, ਜਿਹੜੇ MPs ਮੇਰੇ ਦੋਸਤ ਸੀਗੇ ਉਹ 25 ਲੱਖ ਰੁਪਇਆ ਆਊਟ ਆਫ ਸਟੇਟ ਦੇ ਸਕਦੇ, ਐਨੀਵੇਅਰ ਆਊਟ ਆਫ 5 ਕਰੋੜ। ਗ੍ਰਾਂਟਾਂ ਤਾਂ ਸਾਰੇ ਵਿਧਾਇਕਾਂ ਕੋਲ ਸਾਰੇ ਹਲਕਿਆਂ 'ਚ ਆਉਂਦੀ ਹੋਣੀ ਹੈ। ਨਹੀਂ ਜੀ, ਇਹ ਜਿਹੜੀ ਗ੍ਰਾਂਟਸ ਹੈ ਇਹ ਤੁਸੀਂ ਆਪਦੇ ਸੋਰਸਿਸ ਨਾਲ ਲੈ ਕੇ ਆਉਂਦੇ, ਆਪਦੇ ਰਿਸੋਰਸਿਸ ਨਾਲ ਇੱਧਰ ਉੱਧਰ ਜਨਰੇਟ ਕਰਕੇ, ਜਿਹਨਾਂ ਆਪਦੇ ਲਿੰਕਸ ਦੇ ਨਾਲ, ਸੌਰੀ ਰਿਸੋਰਸਿਸ ਕਹਿ ਰਹੇ, ਜਿਨੇ ਲੋਕ ਪਛਾਣ ਸੀ ਇਧਰੋਂ ਉਧਰ ਉਹਨਾਂ ਤੋਂ ਗ੍ਰਾਂਟਸ ਲੈ ਕੇ ਆ। ਪੂਰੇ ਹੱਥ ਪੈਰ ਮਾਰੇ, ਜ਼ੋਰ ਮਾਰਿਆ। ਬਿਲਕੁਲ ਅਗਰ ਤੁਸੀਂ ਪਰਫਾਰਮ ਕਰਨਾ ਹੈ ਤਾਂ ਤੁਹਾਨੂੰ ਜ਼ੋਰ ਮਾਰਨਾ ਪਏਗਾ। ਈਵਨ ਮੰਡੀ ਬੋਰਡ ਰੋਡਸ ਅਸੀਂ ਲੀਡ ਕਰ ਰਿਹਾ ਹੋਵਾਂਗਾ, 25 ਤੋਂ 30 ਕਰੋੜ ਰੁਪਏ ਦੀਆਂ ਅਸੀਂ ਸੜਕਾਂ ਮੰਡੀ ਬੋਰਡ ਦੇ ਵਿੱਚੋਂ ਨਵੀਆਂ ਦਾ ਨਿਰਮਾਣ ਕੀਤਾ। ਪੁਰਾਣੀਆਂ ਦੀ ਤਾਂ ਸਾਰਿਆਂ ਦੀ ਰਿਪੇਅਰ ਹੈ, ਨਾਟ ਇਵਨ ਅ ਸਿੰਗਲ ਇਜ਼ ਲੈਫਟ ਆਊਟ। ਨਵੀਆਂ ਦਾ ਨਿਰਮਾਣ ਕੀਤਾ। ਵਾਟਰ ਵਰਕਸ ਜਿਹਨਾਂ ਕੋਈ ਵਾਅਦਾ ਨਹੀਂ ਸੀਗਾ, ਮੇਰਾ ਖਿਆਲ 12 ਤੋਂ 15 ਵਾਟਰ ਵਰਕਸ ਮੈਂ ਨਵੇਂ ਲੈ ਕੇ ਆਇਆ, ਵੱਡੇ ਪ੍ਰੋਜੈਕਟਸ ਲੈ ਕੇ ਆਇਆ ਗਿੱਦੜਬਾਹਾ ਦੇ ਅੰਦਰ। ਤੇ ਵੜਿੰਗ ਸਾਹਿਬ ਤੇ ਈਵਨ ਕੋਈ ਬੱਸ ਨਹੀਂ ਚੱਲਦੀ ਸੀ, ਕੋਈ ਵਾਅਦਾ ਨਹੀਂ ਸੀ। ਗਿੱਦੜਬਾਹਾ 'ਚ ਕੋਈ ਸਰਕਾਰੀ ਬੱਸ ਨਹੀਂ ਚੱਲਦੀ ਸੀ, ਚਲਾਤੀਆਂ ਨੇ। ਅੱਜ 20 ਬੱਸਾਂ ਚੱਲ ਰਹੀਆਂ, 20 ਬੱਸਾਂ ਗਿੱਦੜਬਾਹਾ 'ਚੋਂ PRTC। ਆਈ ਥਿੰਕ ਦੇ ਆਰ ਵੈਰੀ ਹੈਪੀ। PRTC ਦਾ ਸਬ ਡਿਪੂ ਲਿਆ ਹੈ ਨਵਾਂ। ਬਿਲਕੁਲ, ਵਿਜ਼ਨ ਦੇ ਤੁਹਾਡੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਵਿਜ਼ਨ ਤਾਂ ਤੁਹਾਡਾ ਸ਼ਾਇਦ ਪੂਰੇ ਪੰਜਾਬ ਨੇ, ਬਾਹਰ ਵੀ ਲੋਕਾਂ ਨੇ ਵੇਖ ਲਿਆ ਕਿ ਵਿਜ਼ਨ ਤੁਹਾਡਾ ਟਰਾਂਸਪੋਰਟ। ਮੈਂ ਕਹਿ ਰਿਹਾ ਕਿ ਟਰਾਂਸਪੋਰਟ ਮੰਤਰੀ ਬਣ ਕੇ PRTC ਦਾ ਜਿਹੜਾ ਡਿਪੂ ਸੀਗਾ ਉਹ 15 ਦਿਨਾਂ 'ਚ ਬਣਾ ਲਿਆ। ਇਟਸ ਆਲ ਕਲੀਅਰ। ਟੈਂਡਰ ਲੱਗਣਾ ਬਾਕੀ ਹੈ, ਕੰਮ ਫਤੇ। ਬੱਸ ਸਟੈਂਡ ਦਾ ਟੈਂਡਰ ਲਾ ਦਿੱਤਾ ਗਿਆ, ਛੋਟਾ ਜਿਹਾ ਬੱਸ ਸਟੈਂਡ ਹੈ, 75 ਲੱਖ ਦਾ ਲਾਇਆ। ਅੱਜ ਕਿਸੇ ਨੂੰ ਮਿਲ ਵੀ ਗਿਆ ਹੋਣਾ, ਕੰਮ ਸ਼ੁਰੂ। ਉਹ ਕਹਿੰਦੇ ਰਾਜਾ ਵੜਿੰਗ ਨੂੰ ਹਾਈ ਕੋਰਟ ਤੋਂ ਬੜਾ ਵੱਡਾ ਝਟਕਾ ਮਿਲ ਗਿਆ। ਬੱਸਾਂ ਜਿਹੜੀਆਂ ਨੇ ਉਹ ਛੱਡਣੀਆਂ ਪੈ ਗਈਆਂ, ਛੱਡਤੀਆਂ ਕਿ ਰਾਜਾ ਵੜਿੰਗ ਨੇ ਰੰਜਸ਼ਨ ਵੈਂਡੇਟਾ ਦੇ ਤਹਿਤ ਜਿਹੜੀਆਂ ਉਹ ਬੱਸਾਂ ਬੰਦ ਕਰਤੀਆਂ ਸੀ। ਇਹ ਵੀ ਬਹੁਤ ਕੁਝ ਹੋਇਆ ਇਹੀ ਮਹੀਨਿਆਂ 'ਚ। ਉਹਨਾਂ ਦਾ ਕਹਿਣ ਦਾ ਹੱਕ ਹੈ, ਜੇ ਉਹਨਾਂ ਕੋਲ ਹੋਰ ਕੋਈ ਗੱਲ ਹੀ ਨਹੀਂ, ਜੇ ਵੈਂਡੇਟਾ ਨਹੀਂ ਕਹਿਣਗੇ ਤਾਂ ਫਿਰ ਕੀ ਕਹਿਣਗੇ। ਪਰ ਮੈਨੂੰ ਖੁਸ਼ੀ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਨਾਲ ਵੈਂਡੇਟਾ ਕੀਤਾ, ਜਿਨ੍ਹਾਂ ਨੇ ਹਰ ਵਿਅਕਤੀ ਨਾਲ ਵੈਂਡੇਟਾ ਕੀਤਾ, ਜਿਨ੍ਹਾਂ ਨੇ ਬਾਈਬਲ ਕਲਾਂ 'ਚ ਵੈਂਡੇਟਾ ਕੀਤਾ, ਆਮ ਲੋਕਾਂ ਨਾਲ ਵੈਂਡੇਟਾ ਕੀਤਾ। ਅੱਜ ਉਹ ਇਹ ਗੱਲ ਕਹਿ ਰਹੇ ਨੇ ਜਿਹੜੇ ਕਹਿੰਦੇ ਸੀ ਅਸੀਂ ਨਾਦਰ ਸ਼ਾਹ ਹੈ, ਅਸੀਂ ਫਲਾਂ ਖਾਂ ਹੈ। ਅੱਜ ਉਹ ਇਹ ਚੀਕਾ ਮਾਰ ਰਹੇ ਨੇ ਕਿ ਸਾਡੇ ਨਾਲ ਰਾਜਾ ਵੜਿੰਗ ਵੈਂਡੇਟਾ ਕਰ ਰਿਹਾ। ਹਾਲਾਂਕਿ ਮੈਂ ਵੈਂਡੇਟਾ ਨਹੀਂ ਕਰ ਰਿਹਾ, ਪਰ ਚੀਕਾ ਮਾਰ ਰਹੇ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਸਕੂਨ ਹੈ ਕਿ ਜਿਹੜੇ ਕਿਤੇ ਰੱਬ ਨੂੰ ਟੱਬ ਸਮਝਦੇ ਸਨ, ਜਿਹੜੇ ਆਪਣੇ ਆਪ ਨੂੰ ਖੁਦਾ ਸਮਝਦੇ ਸਨ, ਅੱਜ ਉਹ ਕਹਿੰਦੇ ਕਿ ਰਾਜਾ ਵੜਿੰਗ ਸਾਡੇ ਨਾਲ ਵੈਂਡੇਟਾ ਕਰ ਰਿਹਾ। ਮੈਂ ਬਿਲਕੁਲ ਵੈਂਡੇਟਾ ਨਹੀਂ ਕੀਤਾ। ਮੈਂ ਜਨਤਾ ਦਾ ਪੈਸਾ, ਸਰਕਾਰ ਦਾ ਪੈਸਾ ਵਾਪਸ ਖਿੱਚ ਕੇ ਲੈ ਕੇ ਆਇਆ।
14 ਕਰੋੜ ਰੁਪਇਆ ਮੈਂ ਸੁਖਬੀਰ ਸਿੰਘ ਬਾਦਲ ਤੋਂ ਪਰਾਇਆ ਡਿਫਰੈਂਟ ਕੰਪਨੀਆਂ ਦਾ, ਜਿਹੜਾ ਇਸ ਕਰਕੇ ਮੈਨੂੰ ਕਹਿੰਦਾ ਕਿ ਮੈਂ ਇਹਨੂੰ ਮੰਤਰੀ ਤੋਂ ਸੰਤਰੀ ਬਣਾਉਣਾ ਹੈ, ਜਦ ਕਿ ਇਹ ਸਮਾਂ ਹੀ ਨਹੀਂ ਆਉਣਾ। ਇਹ ਵੀ ਕਿਹਾ ਕਿ 2 ਮਹੀਨੇ ਬਾਅਦ ਸੜਕਾਂ ਤੇ ਮੈਂ ਕਿਹਾ ਇਹ ਉਹਦੇ ਕੋਲੇ ਸਮਾਂ ਹੀ ਨਹੀਂ ਆਉਣਾ। ਰਾਜਾ ਵੜਿੰਗ ਕਿਹੜਾ ਕਿਸੇ ਗੱਲ ਤੋਂ ਡਰਦਾ ਹੈ ਯਾਰ, ਮੈਂ ਉਹਨਾਂ ਦਾ ਉਹਦੀ ਸ਼ਬਦਾਵਲੀ 'ਚ ਜਵਾਬ ਦੇ ਸਕਦਾ ਹੈ, ਬਟ ਮੈਨੂੰ ਸ਼ੋਭਾ ਨਹੀਂ ਦਿੰਦਾ। ਮੈਂ ਨਾਓ ਆਈ ਐਮ ਅ ਮਿਨਿਸਟਰ, ਮੈਂ ਕੋਈ ਵਿਜ਼ਨਰੀ ਗੱਲ ਕਰਾਂ। ਇਹ ਤਾਂ ਉਹ ਪੁਰਾਣੇ ਜਿਵੇਂ ਪਿੰਡਾਂ ਦੇ ਲੋਕ ਅੱਕ ਕੇ ਜਦੋਂ ਕੋਈ ਹੱਥ ਪੱਲਾ ਨਾ ਚੱਲੇ ਤਾਂ ਫਿਰ ਉਹ ਖੁੰਡ ਤੇ ਬੈਠਾ, ਮੈਂ ਚੱਕ ਦੂੰ ਇਹਦੀ ਮਾਂ ਨੂੰ, ਇਹਦੀ ਭੈਣ ਨੂੰ, ਮੈਂ ਠੋਕ ਦੂੰ, ਮੈਂ ਧਰ ਦੂੰ। ਇਹ ਆਲਵੇਜ਼ ਹੀ ਸਪੀਕਸ ਲਾਈਕ ਦਿਸ। ਡਿਪਟੀ ਮੁੱਖ ਮੰਤਰੀ ਰਿਹਾ, ਅਕਾਲੀ ਦਲ ਦਾ ਪ੍ਰਧਾਨ ਹੈ, ਕੇਂਦਰ ਦਾ ਵਜ਼ੀਰ ਰਿਹਾ, MP ਹੈ, ਤੇ ਕਹੂਗਾ ਲਾਲ ਡਾਇਰੀ ਕਿੱਥੇ ਹੈ, ਕੱਢ ਲਓ ਕਿੱਥੇ ਹੈ, ਠੋਕ ਦਿਓ ਕਿੱਥੇ ਹੈ, ਧਰ ਦਿਓ ਕਿੱਥੇ ਹੈ, ਲਿਖ ਲਾ ਇਹਦਾ ਨਾਂ, ਆ ਜਾਂਦੇ ਸਾਡੀ ਸਰਕਾਰ, ਮੈਂ ਤੁੰਨ ਦੂੰ, ਮੈਂ ਤੱਕ ਦੂੰ। ਇਹ ਕੀ, ਵਾਟ ਇਜ਼ ਦਿਸ ਇਜ਼ ਆਲ ਨੌਨਸੈਂਸ। ਇਸੇ ਹਾਲਾਤ ਇਹ ਸੁਖਬੀਰ ਸਿੰਘ ਦੇ ਕਰਕੇ, ਜੇ ਵੱਡੇ ਬਾਦਲ ਸਾਹਿਬ ਕੋਲੇ ਕਮਾਨ ਹੁੰਦੀ ਤਾਂ ਸ਼ਾਇਦ ਕੋਈ ਹਾਲਾਤ ਹੋਰ ਹੋਣੇ ਸਨ। ਇਸੇ ਹਾਲਾਤਾਂ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਇਹ ਚੌਥੇ ਨੰਬਰ ਦੀ ਪਾਰਟੀ ਹੋਣੀ ਹੈ। ਮੇਰੀ ਇੱਕ ਗੱਲ ਲਿਖ ਲਓ, ਔਨ ਰਿਕਾਰਡ ਕਹਿ ਰਹੇ ਹਾਂ। ਸੋ ਪੈਸੇ ਭਰਾਏ, ਬੱਸਾਂ ਫੜੀਆਂ, ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਪੈਸੇ ਲੈਣੇ ਹੈ ਕਿ ਬੱਸਾਂ ਲੈਣੀਆਂ, ਅਸੀਂ ਕਿਹਾ ਪੈਸੇ ਭਰਾਉਣੇ ਹੈ। ਉਹਨਾਂ ਨੇ ਪੈਸੇ ਭਰਾ ਕੇ ਕਿਹਾ ਕਿ ਇਹਨਾਂ ਨੇ ਪੈਸੇ ਹੁਣ ਭਰ ਦਿੱਤੇ, ਇਹਨਾਂ ਦੀਆਂ ਬੱਸਾਂ ਛੱਡ ਦਿੱਤੀਆਂ ਗਈਆਂ। ਕੇਜਰੀਵਾਲ ਨੇ ਕੋਈ ਜਵਾਬ ਦਿੱਤਾ? ਤੁਸੀਂ ਬਹੁਤ ਚਿੱਠੀਆਂ ਲਿਖੀਆਂ, ਫੋਨ ਕੀਤੇ ਕਿ ਮੇਰੀਆਂ ਬੱਸਾਂ ਚਲਾ ਦਿਓ। ਬਈ ਕੇਜਰੀਵਾਲ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਉਹ ਤਾਂ ਕੁਝ ਵੀ ਕਰ ਸਕਦਾ ਹੈ। ਮਤਲਬ ਕਿ ਸਾਡੀਆਂ ਬੱਸਿਸ ਦੇ ਵਾਸਤੇ ਦੇਖੋ ਕਿੰਨਾ ਚਮਤਕਾਰੀ ਹੋ ਸਕਦਾ ਹੈ ਬੰਦਾ, ਕਿ ਇੰਨਾ ਮੈਂ ਅਗਰ ਮੇਰੇ ਕੋਲ ਮੌਕਾ ਮਿਲਿਆ ਤਾਂ ਕੇਜਰੀਵਾਲ ਤੋਂ ਟ੍ਰੇਨਿੰਗ ਜ਼ਰੂਰ ਲਵਾਂਗਾ। ਕੇਜਰੀਵਾਲ ਸਾਹਿਬ ਇੱਥੇ ਆਏ, ਪੰਜਾਬ ਆਏ, कहने लगे मजीठिया पे बहुत टिप्पणियां की, इसको मैं अंदर डाल दूंगा। सरकार आने पर सब तो पहला माफी मांग लेगी, सब तो पहला ये हाथ जोड़ के माफी मांगता हूं, जो मैंने कहा था मैं उसको वापस लेता हूं। मजीठिया साहब की कोई गलती नहीं। एंड कितना स्मार्ट बंदा, लोग भुल गए पंजाब दे, फिर किसी पंजाब दे व्यक्ति ने कोई सवाल ही नहीं किया। माफियाज की गल करता है, सानू इनवॉल्व की गल करता है। मैं कहना बादल की बस एयरपोर्ट पर जाती है, NRI भरावां नूं लुटदी है। NRI भरा केजरीवाल साहब की मदद करते रहे पिछली बारी, ज्यादा NRI भरा उन्हां दी गल करदे सी। NRI नूं लुट रही है बादल की बस, इंडो कनेडियन। एयरपोर्ट पर एक ही बस जाती है, दैट इज ऑल इंडो कनेडियन, ओन्ड बाय बादल्स। साडी बस नूं इजाजत नहीं दे रहा। मैं चिट्ठियां लिखियां, लेकिन कोई मीडिया सवाल नहीं करता, जनता सवाल नहीं करती कि पंजाब की बस एयरपोर्ट से क्यों नहीं जा रही। केजरीवाल सर, लेट मी नो वाई। ਤੁਸੀਂ ਹੁਣ ਬਾਰ-ਬਾਰ ਉਹਨਾਂ ਨੇ ਆਣਾ, ਕਹਿੰਦੇ ਇੱਕ ਮਹੀਨੇ ਦੇ ਦੌਰੇ ਤੇ ਪੰਜਾਬ ਰਹਿਣੇ, ਕਦੀ ਫਿਰ ਦੁਬਾਰਾ ਕਿਤੇ। ਐਂਡ ਉੱਥੇ ਵੀ ਮਫਰਲ ਲੈ ਕੇ ਖਾਂਸੀ ਤੇ ਦਿੱਲੀ ਦੇ ਲੋਕਾਂ ਨੂੰ ਕਿਹਾ ਕਿ ਪੋਲਿਊਸ਼ਨ ਪੰਜਾਬ ਭੇਜ ਰਿਹਾ, ਜਦ ਕਿ ਪੰਜਾਬ 'ਚ ਪੋਲਿਊਸ਼ਨ ਨਹੀਂ ਹੈ। 5-7 ਸਾਲ ਇਦਾਂ ਹੀ ਮੂਰਖ ਬਣਾਉਂਦੇ। ਹੁਣ ਸਨਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਪੋਲਿਊਸ਼ਨ ਪੰਜਾਬ 'ਚ ਤਾਂ ਘੱਟ ਹੈ, ਸਟਬਲ ਬਰਨਿੰਗ ਤਾਂ ਹਜ਼ਾਰਾਂ ਸਾਲਾਂ ਦੀ ਹੋ ਰਹੀ ਹੈ, ਕਿਹੜਾ ਪਹਿਲੀ ਵਾਰੀ ਹੋ ਰਹੀ ਹੈ। ਸੋ ਦੈਟਸ ਵਾਈ ਮੈਨੂੰ ਲੱਗਦਾ ਕਿ ਮੈਨੂੰ ਟ੍ਰੇਨਿੰਗ ਲੈਣੀ ਪੈਣੀ ਹੈ। ਉਹ ਤਾਂ ਕਹਿ ਗਏ ਕਿ ਕੇਜਰੀਵਾਲ ਕਹਿ ਗਏ ਨੇ ਕਿ ਜਿਹੜੀ ਮਹਿਲਾਵਾਂ ਉਹਨਾਂ ਨੂੰ 1000 ਰੁਪਏ ਦਿੱਤਾ ਜਾਏਗਾ। ਪੰਜਾਬ ਦਾ ਖਜ਼ਾਨਾ ਖਾਲੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਫ੍ਰੀ ਸੇਵਾ ਸਭ ਕੁਝ ਕਹਿ ਰਿਹਾ ਪੰਜਾਬ ਪੂਰਾ ਸੇਲ ਤੇ ਲਾਤਾ ਹੈ ਕਿ ਹਰ ਪਾਰਟੀ ਫ੍ਰੀ, ਤੇ ਇੰਨਾ ਰੈਵਨਿਊ ਤੁਹਾਨੂੰ ਲੱਗਦਾ ਇੰਨਾ ਰੈਵਨਿਊ ਜਨਰੇਟ ਹੋ ਜਾਏਗਾ ਪੰਜਾਬ ਦੇ ਵਿੱਚ ਕਿ ਅਸੀਂ ਸਭ ਕੁਝ ਫ੍ਰੀ ਦੇ ਰਹੇ ਹਾਂ? ਮੈਂ ਤਾਂ ਕਹਿ ਰਿਹਾ ਕਿ ਸਾਨੂੰ ਕੇਜਰੀਵਾਲ ਸਾਹਿਬ ਤੋਂ ਟ੍ਰੇਨਿੰਗ ਲੈਣੀ ਪੈਣੀ ਹੈ। ਬਟ ਜਿੱਥੋਂ ਤੱਕ ਰੈਵਨਿਊ ਦੀ ਗੱਲ ਹੈ, ਤੁਹਾਡੇ ਸਾਹਮਣੇ 1 ਕਰੋੜ 4 ਲੱਖ ਰੁਪਇਆ ਰੈਵਨਿਊ ਵਧਾ ਦਿੱਤਾ ਯਾਰ। 30 ਕਰੋੜ ਰੁਪਇਆ ਮਹੀਨੇ 'ਚ ਮੈਂ ਪਾ ਰਿਹਾ। ਹੁਣ ਹੋ ਸਕਦਾ ਇਸ ਤੋਂ ਵੀ ਆਮਦਨ ਵੱਧ ਜਾਏ। ਰੈਵਨਿਊ ਥੋੜਾ ਦਿਮਾਗ ਹੋਣਾ ਚਾਹੀਦਾ ਕਿੱਥੋਂ ਜਨਰੇਟ ਕਰਨਾ ਹੈ। ਤੁਸੀਂ ਪੰਜਾਬ ਦਾ ਖਜ਼ਾਨਾ ਭਰ ਸਕਦੇ ਹੋ ਜਿੱਥੋਂ ਤੁਸੀਂ ਕਹਿੰਦੇ ਹੋ ਫ੍ਰੀ ਦੀ ਗੱਲ। ਯੈਸ, ਕੁਝ ਗੱਲਾਂ ਸਾਨੂੰ ਸਰਕਾਰਾਂ ਕੋਈ ਹੱਟੀ ਨਹੀਂ ਹੈ ਕਿ ਉਹ ਮੁਨਾਫੇ ਵਾਸਤੇ ਬੈਠੀਆਂ। ਸਰਕਾਰਾਂ ਨੇ ਸਾਡੀ ਵੈਲਫੇਅਰ ਸਟੇਟ ਹੈ, ਸਰਕਾਰਾਂ ਨੇ ਜਨਤਾ ਦੇ ਫਾਇਦੇ ਨੂੰ ਬੈਠੀਆਂ। ਜਿਹੜੇ ਲੋਕ ਭੁੱਖੇ ਮਰ ਰਹੇ ਆ, ਜਿਹੜੇ ਗਰੀਬ ਲੋਕ ਹੈ, ਜਿਹੜੇ ਸਧਾਰਨ ਲੋਕ ਹੈ, ਉਹਨਾਂ ਨੂੰ ਸਹੂਲਤਾਂ ਵੀ ਦੇਣਾ ਸਰਕਾਰਾਂ ਦਾ ਫਰਜ਼ ਬਣਦਾ ਹੈ। ਸੋ ਇਸ ਕਰਕੇ ਅਸੀਂ ਇਹ तमाम ਸਹੂਲਤਾਂ ਦਿੱਤੀਆਂ, ਜਿੱਥੋਂ ਕਿ ਬਿਲਕੁਲ ਤੁਹਾਡਾ ਕੰਸਰਨ ਜਾਇਜ਼ ਹੈ ਕਿ ਅਸੀਂ ਰੈਵਨਿਊ ਵੀ ਅਗਰ ਨਹੀਂ ਵਧਾਵਾਂਗੇ ਤਾਂ ਕਿੱਦਾਂ ਇਹ ਸਭ ਕੁਝ ਦੇਵਾਂਗੇ। ਨਾਲ ਨਾਲ ਅਸੀਂ ਰੈਵਨਿਊ ਵਧਾਉਣ ਦੇ ਵੀ ਸਾਰੇ ਉਪਰਾਲੇ ਕਰ ਰਹੇ ਹਾਂ। ਤੁਹਾਡੇ ਸਾਹਮਣੇ ਟਰਾਂਸਪੋਰਟ ਕਰਕੇ ਦਿਖਾਇਆ। ਤੇ ਕੈਪਟਨ ਅਮਰਿੰਦਰ ਸਿੰਘ ਗਠਬੰਧਨ ਜਿਹੜਾ ਉਹਨਾਂ ਨੇ ਕਿਹਾ ਮੈਂ ਕਰੂੰਗਾ,
ਭਾਜਪਾ ਨਾਲ ਕੱਲ ਖੱਟਰ ਦੇ ਨਾਲ ਵੀ ਕਾਫੀ ਲੰਬੀ ਮੀਟਿੰਗ ਚੱਲੀ, ਕਹਿੰਦੇ ਮੈਂ ਕਾਫੀ ਪੀਣ ਗਿਆ ਸੀਗਾ। ਕੀ ਕਹੋ? ਬਾਬਾ ਜੀ ਦਾ ਹੁਣ ਸਮਾਂ ਚੱਲ ਚੁੱਕਿਆ ਹੈ। ਬਾਬਾ ਜੀ ਤਾਂ ਐਵੇਂ ਹੁਣ ਮੈਂ ਸਮਝਦਾ ਕਿ ਪਿਛਲੀ ਉਮਰੇ ਐਵੇਂ ਆਪਦੇ ਆਪ ਨੂੰ ਖਰਾਬ ਕਰ ਰਹੇ ਨੇ। ਮੈਂ ਤਾਂ ਬੇਨਤੀ ਕਰਾਂਗਾ ਬਾਬਾ ਜੀ ਨੂੰ, ਮਤਲਬ ਹੁਣ ਤੁਸੀਂ ਬਾਬਾ ਜੀ ਉਹਨਾਂ ਨੂੰ ਦੇਤਾ ਟੈਗ, ਮਤਲਬ ਕਿ ਬਾਬਾ ਜੀ 80-82 ਸਾਲਾਂ ਦੇ ਬਜ਼ੁਰਗ ਨੂੰ ਮੈਂ ਬਾਬਾ ਜੀ ਕਹੂੰਗਾ, ਹੋਰ ਕੀ ਕਹੂੰਗਾ, ਮੁੰਡਾ ਕਹੂੰਗਾ ਕੀ? ਅਗਰ ਤੁਸੀਂ 82 ਸਾਲਾਂ ਦੇ ਹੋਗੇ, ਜੇ ਤੁਸੀਂ ਟਿਪ ਟੌਪ ਦੇ ਨਾਲ ਤਾਂ ਨਹੀਂ ਨਾ, ਤੁਸੀਂ 82 ਸਾਲ ਦੇ ਹੋਗੇ ਨੇ, 80-82 ਸਾਲ ਦੇ ਨੇ। ਬਾਬਾ ਜੀ ਹੈ ਸਾਡੇ ਤਾਂ ਬਜ਼ੁਰਗਾਂ ਸਮਾਨ ਨੇ। ਲੇਕਿਨ 2017 ਦੇ ਵਿੱਚ ਤਾਂ ਉਹਨਾਂ ਖੁੰਡੇ ਦੀਆਂ ਗੱਲਾਂ ਕਰਦੇ ਸੀਗੇ। ਬਸ ਉਹ ਖੁੰਡਾ ਤਾਂ ਹੀ ਤਾਂ ਪ੍ਰੋਬਲਮ ਆ ਗਈ, ਖੁੰਡਾ ਲੱਭਿਆ ਹੀ ਨਹੀਂ ਥਿਆ ਆ। ਉਹਨਾਂ ਨੇ ਕਿਹਾ ਖੁੰਡੇ ਨੂੰ ਤੇਲ ਲਾਇਆ ਪਿਆ, ਉਹ ਖੁੰਡਾ ਉਹਨਾਂ ਨੂੰ ਹੀ ਦੇਤਾ। ਉਹਨਾਂ ਨੇ ਕਿਹਾ ਕਿ ਆ ਲਓ ਬਈ ਸੁਖਬੀਰ ਸਿੰਘ ਖੁੰਡਾ ਲੈ ਲਾ ਤੇ ਇਹ ਕਾਂਗਰਸੀਆਂ ਤੇ ਹੀ ਫਿਰ ਦੇ। ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਬਾਬਾ ਜੀ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਕਿਨਾਰਾ ਵਰਤੋ, ਨਹੀਂ ਤਾਂ ਸਾਡੇ ਸਾਰੀ ਕਾਂਗਰਸ ਪਾਰਟੀ ਤੇ ਖੁੰਡਾ ਫੇਰ ਦੇਣਾ ਸੀ, ਖਤਮ ਹੋ ਜਾਣਾ ਸੀ, ਲੱਭੇ ਨਹੀਂ ਚਾਹੁੰਦੇ ਸੀ। ਤੁਸੀਂ ਆਪਣੇ ਹਲਕੇ ਦੀ ਦੱਸਿਆ ਕਿ ਆਪਣਾ ਵਿਜ਼ਨ ਦੱਸਿਆ, ਅਸੀਂ ਟਰਾਂਸਪੋਰਟ ਦੇ ਵਿੱਚ ਤੁਹਾਡਾ ਵਿਜ਼ਨ ਦੇਖਿਆ, ਸਾਰੀ ਪਾਰਟੀਆਂ ਦੀ ਗੱਲ ਕੀਤੀ। ਕਾਂਗਰਸ ਦੇ ਵਿੱਚ ਆਲ ਇਜ਼ ਵੈਲ ਹੈ? ਲੱਗਦਾ ਤਾਂ ਹੈ ਯਾਰ ਆਲ ਇਜ਼ ਵੈਲ, ਪਰ ਵੈਲ ਜਦੋਂ ਇੱਧਰ ਉੱਧਰ ਤਾਂ ਯਾਰ ਕੋਈ ਪਤਾ ਨਹੀਂ ਨਾ ਕਿਦੋਂ ਹੋ ਜਾਂਦਾ। ਬਟ ਟੁਡੇ ਲੱਗਦਾ ਹੈ, ਉਮੀਦ ਹੈ ਕਿ ਆਲ ਇਜ਼ ਵੈਲ। ਸਾਰੇ ਪਲੇਟਫਾਰਮ ਤੇ ਇਕੱਠੇ ਹੈ। ਕਦੇ ਕਦੇ ਤਪਿੰਜੀ ਵਿਚਾਰਾਂ ਦੇ ਮਤਭੇਦ ਹੋ ਜਾਂਦੇ ਨੇ। ਜ਼ਰੂਰੀ ਨਹੀਂ ਹੈ ਕਿ ਸੀਐਮ ਸਾਹਿਬ ਜੋ ਕਰਦੇ ਹੈ ਮੈਨੂੰ ਚੰਗਾ ਲੱਗੇ, ਕਿਸੇ ਨੂੰ ਹੋਰ ਚੰਗਾ ਲੱਗੇ, ਜਾਂ ਸੀਐਮ ਸਾਹਿਬ ਨੂੰ ਜੋ ਮੈਂ ਕਰ ਰਿਹਾ ਉਹ ਚੰਗਾ ਲੱਗੇ। ਹਰ ਵਿਅਕਤੀ ਦਾ ਇਹ ਤੁਹਾਡੇ ਪੇਸ਼ੇ 'ਚ ਵੀ ਹੈ। ਤੁਹਾਨੂੰ ਨਹੀਂ ਜ਼ਰੂਰੀ ਹੋਗਾ ਕਿ ਤੁਹਾਡਾ ਐਂਕਰ ਹੋ ਸਕਦਾ ਤੁਹਾਨੂੰ ਸਾਰੇ ਚੰਗੇ ਨਾ ਲੱਗਦੇ ਹੋਣ, ਹੋ ਸਕਦਾ ਐਂਕਰ ਬਹੁਤ ਚੰਗਾ ਹੋਵੇ, ਕਦੇ ਕਦੇ ਗਲਤੀ ਕਰੇ, ਤੁਸੀਂ ਉਹਨੂੰ ਟੋਕ ਦਿੰਦੇ ਹੋ। ਸੋ ਇਹ ਤਾਂ ਚੱਲਦਾ ਰਹਿੰਦਾ ਹੈ। ਆਈ ਡੋਂਟ ਥਿੰਕ ਸੋ, ਬਟ ਆਲ ਇਜ਼ ਵੈਲ, ਆਲ ਇਜ਼ ਵੈਲ। ਇਹਨਾਂ ਡੈਂਟ ਨਹੀਂ ਹੋ ਸਕਦਾ ਪਾਰਟੀ ਨੂੰ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਬੋਲ ਰਹੇ ਨੇ ਕਿ ਭੁੱਖ ਹੜਤਾਲ ਤੇ ਬਹਿ ਜਾਊਂਗਾ। ਤੁਹਾਨੂੰ ਨਹੀਂ ਲੱਗਦਾ ਕਿ ਫਾਇਦਾ ਹੋ ਜਾਏਗਾ? ਮੈਨੂੰ ਲੱਗਦਾ ਕਿ ਫਾਇਦਾ ਵੀ ਹੋ ਜਾਂਦਾ ਹੈ, ਕਿਉਂਕਿ देयर इज ਓਨਲੀ ਪਾਰਟੀ ਜਿੱਥੇ ਕ੍ਰਿਟਿਸਿਜ਼ਮ ਹੁੰਦਾ ਹੈ। ਸੁਖਬੀਰ ਦੇ ਸਾਹਮਣੇ ਕੋਈ ਬੋਲ ਸਕਦਾ ਹੈ? ਟੈਲ ਮੀ। ਮੈਂ ਸੁਣਿਆ ਅਟਵਾਲਾਂ ਦੀ ਵੀ ਟਿਕਟ ਕੱਟ ਦਿੱਤੀ ਗਈ ਹੈ, ਬੋਲ ਸਕਦਾ ਹੈ? ਜਿਹੜੇ ਸਪੀਕਰ ਰਹੇ ਲੋਕ ਸਭਾ 'ਚ, ਅਗਰ ਉਹਨਾਂ ਨੂੰ ਵੀ ਟਿਕਟ ਨਹੀਂ ਦਿੱਤੀ ਜਾ ਰਹੀ, ਕੀ ਉਹਨਾਂ ਕੋਲੇ ਹੈਗਾ ਇਹ ਅਧਿਕਾਰ ਕਿ ਉਹ ਬੋਲਦੇ ਨੇ? ਨਹੀਂ। ਕੋਈ ਬੰਦਾ ਆਪਦੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਅਕਾਲੀ ਦਲ ਦੇ ਵਿੱਚ। ਅਗਰ ਕਰੇਗਾ ਖੋਤਾ ਬਣ ਕੇ ਰਹਿਣਾ ਪਏਗਾ ਅਕਾਲੀ ਦਲ 'ਚ। ਭਾਜਪਾ ਕੋਈ ਮੈਜਿਕ ਕਰ ਪਾਊਗੀ ਕਾਨੂੰਨ ਰੱਦ ਕਰ? ਨਰਿੰਦਰ ਮੋਦੀ ਦੇ ਅੱਗੇ ਕੋਈ ਬੋਲ ਸਕਦਾ ਹੈ? ਨਹੀਂ। ਕੇਜਰੀਵਾਲ ਸਾਹਿਬ ਦੇ ਅੱਗੇ ਕੋਈ ਬੋਲ ਸਕਦਾ ਹੈ? ਨਹੀਂ। ਓਨਲੀ ਐਂਡ ਓਨਲੀ ਕਾਂਗਰਸ ਪਾਰਟੀ ਜਿਹਦੇ ਵਿੱਚ ਅਸੀਂ ਇਹੀ ਆਪਦੇ ਵਿਚਾਰ ਰੱਖ ਸਕਦੇ ਹਾਂ। ਇਸੇ ਕਰਕੇ ਇਹੀ ਖੂਬਸੂਰਤੀ ਹੈ ਕਿ ਮੈਂ ਕਾਂਗਰਸ ਪਾਰਟੀ, ਇਹਨੂੰ ਹੀ ਤਾਕਤ ਮੰਨਦੀ ਹੈ ਕਾਂਗਰਸ। ਯੈਸ। ਰਾਹੁਲ ਗਾਂਧੀ ਕਹਿੰਦੇ ਹੈ ਕਿ ਕਾਂਗਰਸ ਪਾਰਟੀ ਉਹ ਨਹੀਂ ਹੈ ਕਿ ਆਪਣੇ ਵਿਚਾਰ ਜਨਤਾ ਦੇ ਸਾਹਮਣੇ ਰੱਖੇ। ਕਾਂਗਰਸ ਪਾਰਟੀ ਉਹ ਹੈ, ਕਾਂਗਰਸ ਕੀ ਹੈ ਕਿ ਇਹਨਾਂ ਦੇ ਵਿਚਾਰ ਮੈਂ ਸੁਣਾ, ਇਹਨਾਂ ਦੇ ਵਿਚਾਰ ਸੁਣਾ ਤੇ ਫਿਰ ਉਹਨਾਂ तमाम ਵਿਚਾਰਾਂ ਦਾ ਇੱਕ ਵਿਚਾਰ ਬਣਾ ਕੇ ਅਸੀਂ ਲੋਕਾਂ ਦੇ ਸਾਹਮਣੇ। दैट इज द कांग्रेस, नॉट कि नरेंद्र मोदी का ऐलान, बिल कानून लगा दिए गए हैं, काला कानून बना दिया है। नरेंद्र मोदी का ऐलान, काला कानून वापस ले लिया गया है। केजरीवाल का ऐलान, सीएलपी उतार दिया गया है, अब सीएलपी बना दिया गया है। कुमार विश्वास को निकाल दिया गया है, योगेंद्र यादव को निकाल दिया गया है, प्रशांत भूषण को निकाल दिया गया है, अन्ना हजारे कोई नहीं था। कांग्रेस से नहीं है, कांग्रेस हर व्यक्ति की पार्टी। राजा वड़िंग की आपकी गल है, आम वर्कर की आपकी गल है, जिला प्रधान की आपकी गल है। कांग्रेस पार्टी किसी को सदब नहीं किया जा सकता, दबाया नहीं जा सकता। ਵੜਿੰਗ ਸਾਹਿਬ ਮੇਰੇ ਦੋ ਸਵਾਲ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਭਾਜਪਾ ਪੰਜਾਬ ਦੇ ਵਿੱਚ ਕੋਈ ਮੈਜਿਕ ਕਰ ਪਾਣਗੇ? ਤੁਹਾਨੂੰ ਲੱਗਦਾ ਕੀ ਹੋਊਗਾ? दो बाबे रल जाएंगे तो कुछ नहीं होना। एक बड़ा बाबा, एक छोटा बाबा है, दोनों ने अपने वादा खिलाफी लोगों के साथ की है। दोनों ने झूठ मारे दब के, उन्हें दिल्ली च मारे, इन्हें इत्थे मारे। ਚੱਕ ਦੂੰ ਫੱਟੇ, ਵਾਦਾ ਚ ਤੁੰਨ ਦੂੰ, ਅੰਦਰ ਦੇ ਦੂੰ, ਮੈਨੂੰ ਤੇਲ ਖੁੰਡੇ ਨੂੰ ਲੱਗਿਆ ਪਿਆ ਹੈ। ਕੰਪਰੋਮਾਈਜ਼। ਉਹਨੇ ਕਿਹਾ 15 लाख ਫਲਾਂ, ਇਹ ਉਹ ਕਿਸਾਨ, ਵੈਸੇ ਪੰਜਾਬੀ माता और बहनों, ਪੰਜਾਬੀ ਦਿਮਾਗ ਨਾਲ ਚਾय वाला हूं, ਚਾय वाला। ਉਹ ਚਾय ਵਾਲੇ ਦਾ ਨਾਮ ਵੇਚ ਕੇ ਉਹਨੇ ਕਿਸੇ ਚਾय ਵਾਲੇ ਦੀ ਟੂਈ ਮਾਰੀ। ਕੀ ਚਾय ਵਾਲੇ ਦੇ ਜੀਵਨ ਚ ਕੋਈ ਪਰਿਵਰਤਨ ਆਇਆ? ਚਾय ਵਾਲੇ ਨੂੰ 7 ਸਾਲ ਦਾ ਥੰਪਿੰਗ ਮੈਜੋਰਿਟੀ ਦੇ ਨਾਲ ਦੇਸ਼ ਨੇ ਪ੍ਰਧਾਨ ਮੰਤਰੀ ਬਣਾਤਾ। उन लोगों को वीडियो भेज रहा कि मैं योगा कर रहा हाँ, मैं पंछियों को बहु पा रहा। GST, गब्बर सिंह टैक्स,
ਨੋਟਬੰਦੀ ਕੋਈ ਫਾਇਦਾ ਹੋਇਆ? ਕਿੰਨੇ ਲੋਕ ਮਰ ਗਏ ਨੋਟਬੰਦੀ ਚ, ਕਿੰਨੇ ਲੋਕ ਅੰਦੋਲਨ ਚ ਮਰ ਗਏ ਕਿਸਾਨੀ, ਕੀ ਫਾयदा होया? बस मैं हूं ना, मैंने फैसला सुना दिया गया है, ये 3 कानून किसानों के पक्ष में है। 700 लोग मर गया, 2 साल के 1.5 साल के उत्थे बैठे हैं, हुण कहता कानून गुरु नानक जी के गुरपुर पे हमने वापस ले लिया है। कमाल की गल है। यही अमरिंदर सिंह है। एक काम दस जो कि 4.5 साल किया हो, सिसवा फार्म बनाने तो बिना ते पार्टी करन तो बिना ते डिनर करन तो बिना होर एक काम किया हो तो दस। ਵੜਿੰਗ ਸਾਹਿਬ ਆਖਰੀ ਸਵਾਲ ਹੈ, ਬਹੁਤ ਤੁਸੀਂ ਪੰਜਾਬ ਦੇ ਵਿੱਚ ਇਸ ਵਕਤ ਆਈਡਲ ਬਣੇ ਹੋਏ ਹੋ, ਯੂਥ ਤੁਹਾਨੂੰ ਸਭ ਤੋਂ ਜ਼ਿਆਦਾ ਫੋਲੋ ਕਰਦਾ ਪਿਆ, ਬਜ਼ੁਰਗ ਅਸੀਂ ਦੇਖਦੇ ਮੈਂ ਤੁਸੀਂ ਆਪਣੀਆਂ ਫੇਸਬੁੱਕ ਤੇ ਫੋਟੋਜ਼ ਵੀ ਕਾਫੀ ਪਾ ਰਹੇ ਹੋ, ਬਹੁਤ ਲੋਕ ਤੁਹਾਨੂੰ ਮਿਲਣ ਨੂੰ ਪਹੁੰਚਦੇ ਨੇ। ਰਾਜਾ ਵੜਿੰਗ ਦਾ ਵਿਜ਼ਨ ਕੀ ਹੈ ਪੰਜਾਬ ਨੂੰ ਲੈ ਕੇ, ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਤਾਂ ਆ ਗਏ ਹੋ, ਮੰਤਰੀ ਬਣ ਗਏ ਹੋ, ਯਾਨੀ ਕਿ ਕੈਬਨਿਟ ਦੇ ਵਿੱਚ ਆ ਗਏ ਹੋ, ਚਰਚੇ ਹੁੰਦੇ ਨੇ, ਸਲਾਹਾਂ ਦਿੰਦੇ ਹੋ, ਮੁੱਖ ਮੰਤਰੀ ਨਾਲ ਕੁਰਸੀ ਤੇ ਬਹਿੰਦੇ ਹੋ, ਕੱਲ ਫਿਰ ਇੱਕ ਕੈਬਨਿਟ ਦੀ ਮੀਟਿੰਗ ਹੈਗੀ ਹੈ। ਰਾਜਾ ਵੜਿੰਗ ਵਿਜ਼ਨ ਕੀ ਦੇਖਦਾ ਪੰਜਾਬ ਦਾ? ਇੱਕ ਇੰਨਾ ਕਰਜ਼ ਜਿਹਦੇ ਤੇ ਚੜਿਆ ਪੌਣੇ 3 ਲੱਖ ਕਰੋੜ ਦਾ, ਰਾਜਾ ਵੜਿੰਗ ਕੀ ਸੋਚਦਾ? मैं सोच रहा कि पंजाब का हर व्यक्ति, हर नौजवान आपदे काम धंधे लग्या होवे, अनएम्प्लॉयमेंट बिल्कुल ना होवे मेरे पंजाब दे अंदर। मेरे पंजाब दे नौजवान किते ना किते ओरा कोई ना कोई आसरा जरूर होना चाहिए, ओरी रोजी रोटी का आसरा, ओरी नौकरी का आसरा। मेरे पंजाब दे बुजुर्ग लोग जिहड़े बेसहारा ने, जिन्हां दे बिल्कुल कोई छत नहीं है, मकान नहीं है, ऐसा कोई व्यक्ति ना होवे पंजाब दे अंदर जिहदे सिर ते छत ना होवे, ओरा कोई कारोबार ना होवे, बेशक वो गरीब है। मैं ये चाहना कि चाहे वो टेंपू वाला है, ठेले वाला है, रिक्शे वाला है, बस वाला है, दुकान वाला है, हर व्यक्ति ये कहे कि मैं आपकी कमाई करके रोजी रोटी कमा रहा। मेरे सोने पंजाब दे विच कोई गुंडागर्दी ना होवे ते हर व्यक्ति उच्ची आवाज़, आपकी बुलंद आवाज़ गल कर सकता होवे। और मैं कल्पना करदा कि अगर पंजाब दे अंदर दोबारा फिर कांग्रेस पार्टी नूं ये आम लोगों की सरकार, मैं तो कदे कल्पना खुद नहीं कर सकता सीगा कि इदां भी सरकारां चलदियां हैं। आई थॉट कि शायद सरकारां इदां ही चलदियां। जमीन आसमान का फर्क मैनू जिहड़ा 2 महीनों च आपदी ही सरकार दे विच वेखण नूं मिलिया। हुण मैनू असलीयत जनता की ताकत का अंदाज़ा होया कि जनता की ताकत, जिहड़े जनता के चुने हुए नुमाइंदे है, जिहड़ा कॉन्स्टिट्यूशन है, वो की कर सकता है। बिल्कुल 3 लाख का कर्जा भी उतर सकता है तो मैं मेरे पंजाब के हर व्यक्ति आसे नवा पंजाब उसार सकती है। हर व्यक्ति आसे जिहदे च टैंपू, ठेले, रिक्शा, दिहाड़ी वाला ये कहे कि असी खुशहाल हाँ, असी तंदुरुस्त हाँ, असी खुश हाँ, इहो जे पंजाब की मैं कल्पना करदा। और परमात्मा ने अगर मौका दिता दोबारा फिर, तो फिर जरूर एक नवा पंजाब होएगा जिस दी लोग कल्पना करते हैं, ओहो जिहा पंजाब बनेगा। ਧੰਨਵਾਦ ਵੜਿੰਗ ਸਾਹਿਬ। ਤੇ ਇਹ ਸੀ ਕਿ ਰਾਜਾ ਵੜਿੰਗ ਤੇ ਬੜੇ ਹੀ ਬੇਬਾਕੀ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਵਿਜ਼ਨ ਜੋ ਹੈ ਉਹ ਅਸੀਂ ਰਾਜਾ ਵੜਿੰਗ ਦਾ ਟਰਾਂਸਪੋਰਟ ਮੰਤਰੀ ਦਾ ਉਹ ਵੇਖ ਚੁੱਕੇ ਆ। ਉਹਨਾਂ ਨੇ ਆਪਣੇ ਹਲਕੇ ਦੀ ਵੀ ਗੱਲ ਕੀਤੀ ਹੈ, ਇਹਨਾਂ ਦੇ ਹਲਕੇ ਦੇ ਵਿੱਚ ਵੀ ਜ਼ਰੂਰ ਜਾਵਾਂਗੇ। ਵੜਿੰਗ ਸਾਹਿਬ ਨੂੰ ਕਹਿ ਦਿੰਦੇ, ਵੜਿੰਗ ਸਾਹਿਬ ਇੱਕ ਵਾਰ ਤੁਹਾਡੇ ਹਲਕੇ 'ਚ ਵੀ ਜ਼ਰੂਰ ਆਵਾਂਗੇ, ਕਿਉਂਕਿ ਤੁਸੀਂ ਦਾਅਵੇ ਕੀਤੇ ਨੇ ਤੇ ਉਹ ਮੌਕੇ ਤੇ ਖੜ ਕੇ ਅਸੀਂ ਦਾ ਸਮਰ ਨਿਊਜ਼ ਦੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਦਿਖਾਵਾਂਗੇ। मैं चाहना कि जो मैं कहा तुसी जाके देख सकते हो। बिल्कुल ਧੰਨਵਾਦ ਤੇ ਸਾਰੇ ਹੀ ਦਰਸ਼ਕਾਂ ਨੂੰ ਧੰਨਵਾਦ। ਕੈਮਰਾਮੈਨ ਸਚਿਨ ਦੇ ਨਾਲ ਤਪਨ ਮਲਹੋਤਰਾ ਦਾ ਸਮਰ ਨਿਊਜ਼।